ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਲਾਸਟ ਵੀਕ ਆਪਾਂ ਗੱਲ ਕੀਤੀ ਸੀ ਨਿਊਮਰੋਲੋਜੀ ਬਾਰੇ ਤੇ ਉਸ ਤੋਂ ਬਾਅਦ ਕਾਫੀ ਕਾਲਸ ਮੈਨੂੰ ਆਈਆਂ ਤੇ ਉਹ ਸਾਰੇ ਨਿਊਮਰੋਲੋਜੀ ਬਾਰੇ ਹੋਰ ਕੁਝ ਐਪੀਸੋਡਸ ਚਾਹੁੰਦੇ ਨੇ, ਪਰੰਤੂ ਆਪਾਂ ਨੂੰ ਵਿੱਚ ਵਿਚਾਲੇ ਕਈ ਵਾਰ ਹੋਰੋਸਕੋਪ ਵੀ ਪੜ੍ਹਨੇ ਪੈਂਦੇ ਆ। ਸੋ ਇਸ ਵੀਕ ਆਪਾਂ ਨੂੰ ਹੋਰੋਸਕੋਪ ਨਾਲ ਹੀ ਚੱਲਣਾ ਪੈਣਾ। ਇਹ ਇੱਕ ਆਪਾਂ ਕੋਲ ਡੇਟ ਆਫ ਬਰਥ ਜਿਨ੍ਹਾਂ ਦਾ ਆਇਆ ਉਹਨਾਂ ਦਾ ਨਾਮ ਐਚ ਤੋਂ ਸਟਾਰਟ ਹੁੰਦਾ। ਇਹਨਾਂ ਦੀ ਡੇਟ ਆਫ ਬਰਥ ਹੈਗੀ 24 ਫੈਬਰਰੀ 1988, ਸ਼ਾਮ ਦੇ 5:17 ਤੇ ਵੈਨਕੂਵਰ ਦਾ ਇਹਨਾਂ ਦਾ ਬਰਥ ਹੈਗਾ। ਸੋ ਸ਼ਾਮ ਦੇ 5:17, ਸੋ ਇਹ 17 ਹੋ ਜਾਂਦੇ ਨੇ ਜਦੋਂ ਆਪਾਂ ਇਹਨੂੰ ਲਿਖਦੇ ਹਾਂ। ਸੋ ਇਹਨਾਂ ਦਾ ਜਿਹੜਾ ਬਰਥ ਹੋਇਆ ਉਹ ਹੋਇਆ ਰੋਹਿਣੀ ਨਕਸ਼ਤਰ 'ਚ। ਰੋਹਿਣੀ ਨਕਸ਼ਤਰ ਜਿਹੜਾ ਚੰਦਰਮਾ ਦਾ ਨਕਸ਼ਤਰ ਹੈ। ਜਿਵੇਂ ਕਿ ਆਪਾਂ ਪਿਛਲੇ ਕੁਛ ਐਪੀਸੋਡਸ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜਾ ਚੰਦਰਮਾ ਆ ਉਹ 2.25 ਦਿਨ ਇੱਕ ਰਾਸ਼ੀ ਦੇ ਵਿੱਚ ਰਹਿੰਦਾ ਆ। ਸੋ ਜਿਹੜੇ ਨਕਸ਼ਤਰ 'ਚ ਉਸ ਵੇਲੇ ਚੰਦਰਮਾ ਚੱਲ ਰਿਹਾ ਹੁੰਦਾ ਉਹ ਨਕਸ਼ਤਰ ਦੇ ਅਨੁਸਾਰ ਉਹਦੀ ਚੰਦਰ ਕੁੰਡਲੀ ਬਣਦੀ ਹੁੰਦੀ ਆ ਤੇ ਲਗਨ ਕੁੰਡਲੀ ਹੁੰਦੀ ਆ ਕਿ ਉਸ ਵੇਲੇ ਕਿਹੜਾ ਗ੍ਰਹਿ ਜਿਹੜਾ ਹੈਗਾ ਆ ਉਹ ਉਦੇ ਹੋ ਰਿਹਾ ਆ, ਰਾਈਜ਼ ਕਿਹੜਾ ਹੋ ਰਿਹਾ। ਸੋ ਇਸ ਤਰ੍ਹਾਂ ਨਾਲ ਦੋ ਕੁੰਡਲੀਆਂ ਜਿਹੜੀਆਂ ਉਹ ਬਣਦੀਆਂ ਨੇ। ਮੇਨ ਕੁੰਡਲੀਆਂ ਤਾਂ ਬਹੁਤ ਬਣਦੀਆਂ ਜਦੋਂ ਆਪਾਂ ਕੁਝ ਵੀ ਸਟੱਡੀ ਕਰਦੇ ਹਾਂ। ਸੋ ਜਿਹੜੀ ਲਗਨ ਕੁੰਡਲੀ ਹੁੰਦੀ ਆ ਉਹਦੇ ਵਿੱਚ ਲਗਨੇਸ਼ ਦਾ ਮਤਲਬ ਹੈ ਉਹਦਾ ਚੰਦਰਮਾ ਨਾਲ ਕੋਈ ਸੰਬੰਧ ਨਹੀਂ। ਪਰ ਜਿਹੜੀ ਨਾਮ ਰਾਸ਼ੀ ਵਾਲੀ ਕੁੰਡਲੀ ਜਾਂ ਜਿਸ ਨੂੰ ਆਪਾਂ ਚੰਦਰ ਕੁੰਡਲੀ ਜਾਂ ਮੂਨ ਚਾਰਟ ਕਹਿ ਦਿੰਦੇ ਹਾਂ, ਉਸ ਵੇਲੇ ਦੇਖਦੇ ਹਾਂ ਕਿ ਚੰਦਰਮਾ ਕਿਸ ਰਾਸ਼ੀ 'ਚ ਬੈਠਾ। ਜਦੋਂ ਮੇਨ ਪ੍ਰੈਡਿਕਸ਼ਨਸ ਆਪਾਂ ਕਰਦੇ ਹਾਂ ਜਾਂ ਜ਼ਿੰਦਗੀ ਦੇ ਜਿਹੜੇ ਕੁਛ ਮਹੱਤਵਪੂਰਨ ਚੀਜ਼ਾਂ ਬਾਰੇ ਆਪਾਂ ਡਿਸਕਸ ਕਰਦੇ ਹਾਂ ਤਾਂ ਉੱਥੇ ਫਿਰ ਜਿਹੜੀ ਲਗਨ ਕੁੰਡਲੀ ਹੈ ਉਹ ਬਹੁਤ ਜ਼ਿਆਦਾ ਆਪਣੇ ਕੰਮ ਆਉਂਦੀ ਹੈ। ਸੋ ਆਪਾਂ ਦੇਖਦੇ ਹਾਂ ਕਿ ਇਹਨਾਂ ਦੀ ਕੁੰਡਲੀ ਕੀ ਕਹਿੰਦੀ ਆ। ਪਹਿਲਾਂ ਤਾਂ ਜਦੋਂ ਆਪਾਂ ਇਹਨਾਂ ਦੀ ਵੈਸਟਰਨ ਰਾਸ਼ੀ ਦੇ ਅਨੁਸਾਰ ਇਹਨਾਂ ਦੀ ਰਾਸ਼ੀਆਂ ਦੇਖਦੇ ਨੇ ਜਿਹੜੀਆਂ ਕਿ ਸੂਰਿਆ 'ਤੇ ਆਧਾਰਿਤ ਹੀ ਹੁੰਦੀਆਂ, ਉਹ ਇਹਨਾਂ ਦੀ ਹੈਗੀ ਪਾਈਸਿਸ। ਸੋ ਮੀਨ ਰਾਸ਼ੀ ਇਹ ਦੇਖਦੇ ਹੋਣੇ ਆ। ਲਗਨ ਰਾਸ਼ੀ ਜਿਹੜੀ ਇਹਨਾਂ ਦੀ ਹੈਗੀ ਉਹ ਹੈਗੀ ਲੀਓ, ਯਾਨੀ ਸੂਰਿਆ ਜਿਹੜਾ ਲਾਰਡ ਆਫ ਅਸੈਂਡੈਂਟ ਹੈਗਾ ਇਹਨਾਂ ਦਾ। ਤੇ ਜਿਹੜੀ ਇਹਨਾਂ ਦੀ ਰਾਸ਼ੀ ਜਿਹੜੀ ਚੰਦਰ ਰਾਸ਼ੀ ਜਿਹਨੂੰ ਆਪਾਂ ਮੂਨ ਰਾਸ਼ੀ ਕਹਿ ਦਿੰਦੇ ਆ ਉਹ ਹੈਗੀ ਇਹਨਾਂ ਦੀ ਟੌਰਸ, ਬ੍ਰਿਸ਼ ਰਾਸ਼ੀ। ਸੋ ਚੰਦਰਮਾ ਦੇ ਨਕਸ਼ਤਰ ਦੇ ਵਿੱਚ ਬੋਰਨ ਹੋਣ ਕਰਕੇ ਇਹਨਾਂ ਦੀ ਪਰਸਨੈਲਿਟੀ ਤੇ ਚੰਦਰਮਾ ਦਾ ਵੀ ਕਾਫੀ ਇਫੈਕਟ ਰਹੂਗਾ ਤੇ ਚੰਦਰਮਾ ਕਿਸ ਖਾਨੇ 'ਚ ਜਾ ਕੇ ਬੈਠ ਗਿਆ ਜਨਮ ਵੇਲੇ ਉਹ ਵੀ ਮਹੱਤਵਪੂਰਨ ਹੈ। ਔਰ ਨਾਲ ਹੀ ਕੀ ਕਹਿੰਦਾ ਇਹਨਾਂ ਦਾ ਲਗਨ ਆਪਾਂ ਦੇਖਾਂਗੇ। ਪਰ ਇਹਨਾਂ ਦੇ ਕੁਝ ਮੇਨ ਕੁਐਸਚਨਸ ਹੈਗੇ ਇਸ ਬੱਚੇ ਬਾਰੇ। ਪ੍ਰੋਫੈਸ਼ਨ ਤਾਂ ਇਹਨਾਂ ਨੇ ਆਪ ਹੀ ਦੱਸਤਾ ਕਿ ਉਹਨੇ ਲਾਅ ਕੀਤੀ ਆ ਤੇ ਲਾਇਰ ਹੈਗਾ ਆ, ਤੇ ਨਾਲ ਹੀ ਉਹ ਪੁੱਛਣਾ ਚਾਹੁੰਦੇ ਆ ਉਹਦੀ ਮੈਰਿਜ ਤੇ ਬੱਚਿਆਂ ਬਾਰੇ, ਉਹਦੀ ਹੈਲਥ ਬਾਰੇ, ਜਨਰਲ ਹੈਲਥ, ਤੇ ਨਾਲ ਹੀ ਫੈਮਿਲੀ ਨਾਲ ਉਹਦੇ ਰਿਲੇਸ਼ਨਸ਼ਿਪ ਕਿੱਦਾਂ ਦੇ ਰਹਿਣਗੇ। ਤੇ ਉਹ ਆਪਣੀ ਫਰਮ ਖੋਲ੍ਹਣਾ ਚਾਹੁੰਦਾ ਤੇ ਉਹ ਪੁੱਛਦੇ ਨੇ ਕਿ ਕਦੋਂ ਖੋਲ੍ਹ ਸਕਦਾ ਤੇ ਕਿਹੜੇ ਪਾਸੇ ਉਸ ਨੂੰ ਜਿਹੜਾ ਕੰਮ ਹੈ ਉਹ ਵਧੀਆ ਰਹੂਗਾ। ਸੋ ਆਪਾਂ ਇਹਨਾਂ ਦੇ ਜਿਹੜੇ ਕੁਐਸਚਨ ਨੇ ਉਹ 1 ਬਾਏ 1 ਜਿਹੜੇ ਆ ਉਹ ਦੇਖਾਂਗੇ। ਪਰ ਨਾਲ ਹੀ ਉਸ ਤੋਂ ਪਹਿਲਾਂ ਆਪਾਂ ਨੂੰ ਦੇਖਣਾ ਪੈਣਾ ਆ ਕਿ ਇਹਨਾਂ ਦੀ ਜਿਹੜੀ ਕਿਹੜੇ ਗ੍ਰਹਿ ਨੇ ਜਿਹੜੇ ਉਹ ਕਿਹੜੇ ਖਾਨੇ ਦੇ ਵਿੱਚ ਬੈਠੇ ਆ। ਸੋ ਜਦੋਂ ਆਪਾਂ ਦੇਖਦੇ ਹਾਂ ਇਹਨਾਂ ਦੀ ਜਿਹੜੀ ਕੁੰਡਲੀ ਆ ਲਗਨ ਕੁੰਡਲੀ ਯਾਨੀ ਬਰਥ ਚਾਰਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ 5 ਦੇ ਅੰਕ ਤੋਂ ਸਟਾਰਟ ਹੁੰਦਾ। ਸੋ 12 ਖਾਨੇ ਹੁੰਦੇ ਆ। ਪਹਿਲਾ ਖਾਨਾ ਜਿਹੜਾ 5 ਦੇ ਅੰਕ ਤੋਂ ਸਟਾਰਟ ਹੁੰਦਾ, ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦਾ ਜਿਹੜਾ ਲਾਰਡ ਆਫ ਅਸੈਂਡੈਂਟ ਆ ਉਹ ਸੂਰਿਆ ਹੈਗਾ। ਤੇ ਉਸ ਤੋਂ ਬਾਅਦ ਇਹਨਾਂ ਦੇ ਫਸਟ ਹਾਊਸ ਦੇ ਵਿੱਚ ਬੈਠੇ ਨੇ ਕੇਤੂ, ਸੈਕਿੰਡ, ਥਰਡ ਤੇ ਫੋਰਥ ਹਾਊਸ ਖਾਲੀ ਨੇ। ਫਿਫਥ ਹਾਊਸ ਜਿਹੜਾ ਕਿ ਆਪਣਾ ਸਟੱਡੀ ਦਾ, ਸੰਤਾਨ ਦਾ ਹੁੰਦਾ ਆ ਤੇ ਨਾਲ ਆਪਣੀ ਇਨਕਮ ਨੂੰ ਵੀ ਦੇਖਦਾ ਹੁੰਦਾ 7ਵੀਂ ਦ੍ਰਿਸ਼ਟੀ ਨਾਲ, ਉੱਥੇ ਬੈਠੇ ਆ ਸ਼ਨੀ ਤੇ ਮੰਗਲ। ਸਿਕਸਥ ਹਾਊਸ ਜਿਹੜਾ ਕਿ ਰੋਗ ਤੇ ਰਿਣ ਵਾਲਾ ਹੁੰਦਾ ਹੈ ਉੱਥੇ ਬੈਠੇ ਨੇ ਬੁੱਧ। ਸੈਵਨਥ ਹਾਊਸ ਵਿਆਹ ਵਾਲਾ ਤੇ ਨਾਲ ਹੀ ਆਪਣੇ ਕਾਰੋਬਾਰ ਦਾ, ਜੇ ਕਿਸੇ ਨੇ ਕਾਰੋਬਾਰ ਕਰਨਾ, ਉੱਥੇ ਬੈਠੇ ਨੇ ਰਾਹੂ ਤੇ ਸੂਰਿਆ। ਔਰ 8th ਹਾਊਸ ਜਿਹੜਾ ਕਿ ਆਪਾਂ ਆਯੂ ਦਾ ਜਾਂ ਆਯੂ ਨਿਰਣੈ ਦਾ ਕਹਿ ਦਿੰਦੇ ਹਾਂ, ਇਹ ਰੋਗ ਨੂੰ ਵੀ ਪ੍ਰਭਾਵਿਤ ਕਰਦਾ, ਉੱਥੇ ਸ਼ੁੱਕਰ ਬੈਠੇ ਨੇ ਮੀਨ ਲਗਨ ਦੇ ਵਿੱਚ। ਔਰ 9th ਹਾਊਸ ਜਿਹੜਾ ਕਿ ਸਾਡਾ ਭਾਗੇਸ਼ ਹੁੰਦਾ ਹੈ, ਆਪਣੇ ਗੁੱਡ ਲੱਕ ਦਾ ਸਵਾਮੀ ਹੁੰਦਾ, ਉੱਥੇ ਬੈਠੇ ਨੇ ਗੁਰੂ ਮੰਗਲ ਦੀ ਰਾਸ਼ੀ 'ਚ। 10th ਹਾਊਸ ਕਰੀਅਰ ਵਾਲਾ, ਉੱਥੇ ਬੈਠੇ ਨੇ ਇਹਨਾਂ ਦੇ ਚੰਦਰਮਾ। ਸੋ ਜਿਹੜੇ ਨਕਸ਼ਤਰ 'ਚ ਬੋਰਨ ਹੋਏ ਸੀ ਉਹ ਨਕਸ਼ਤਰ ਇਹਨਾਂ ਦੇ ਉਹਦਾ ਸਵਾਮੀ ਯਾਨੀ ਜਿਹੜਾ ਰੋਹਿਣੀ ਨਕਸ਼ਤਰ ਦਾ ਜਿਹੜਾ ਮਾਲਕ ਹੈਗਾ ਚੰਦਰਮਾ, ਉਹ ਇਹਨਾਂ ਦੇ
10th ਹਾਊਸ 'ਚ, ਸੋ ਕਰੀਅਰ ਵਾਲੇ ਖਾਨੇ 'ਚ ਬੈਠਾ ਆ। ਤੇ ਨਾਲ ਹੁਣ ਜਦੋਂ ਵੀ ਆਪਾਂ ਕੋਈ ਵੀ ਸਾਰੀਆਂ ਚੀਜ਼ਾਂ ਦੇਖਣੀਆਂ ਹੁਣ 1 ਬਾਏ 1 ਕਿ ਕਿੱਦਾਂ ਦਾ ਫਲ ਇਹਨਾਂ ਨੂੰ ਆਪਣੇ ਜੀਵਨ 'ਚ ਕਿਹੜੇ ਗ੍ਰਹਿ ਨੇ ਕਿੱਦਾਂ ਦਾ ਦੇਣਾ, ਉਹਦੇ ਵਿੱਚ ਇਹ ਵੀ ਦੇਖਣਾ ਪੈਂਦਾ ਕਿ ਕੁੰਡਲੀ 'ਚ ਜ਼ਿਆਦਾ ਗ੍ਰਹਿ ਜਿਹੜੇ ਉੱਚ ਦੇ ਬੈਠੇ ਆ ਜਾਂ ਨੀਚ ਦੇ ਬੈਠੇ ਆ, ਕੋਈ ਰਾਸ਼ੀ ਪਰਿਵਰਤਨ ਕਰਦਾ ਹੈ ਜਾਂ ਕਿਸੇ ਤੇ ਜਿਹੜਾ ਪਾਪ ਪ੍ਰਭਾਵ ਹੈ ਉਹ ਸਾਰੇ ਆਪਾਂ ਨੂੰ ਦੇਖਣੇ ਪੈਂਦੇ ਆ। ਸੋ ਇੱਥੇ ਜਦੋਂ ਆਪਾਂ ਦੇਖਦੇ ਹਾਂ ਜਿਹੜੇ ਚੰਦਰਮਾ ਨੇ ਜਿਹੜੇ ਨਕਸ਼ਤਰ 'ਚ ਬੋਰਨ ਹੋਏ ਸੀ ਉਹ 10th ਹਾਊਸ ਦੇ ਵਿੱਚ ਬ੍ਰਿਸ਼ਭ ਰਾਸ਼ੀ ਜਿਹਨੂੰ ਆਪਾਂ ਟੌਰਸ ਲਗਨ ਕਹਿ ਦਿੰਦੇ ਆ ਉਹਦੇ ਵਿੱਚ ਬੈਠੇ ਨੇ ਔਰ ਉੱਚ ਦੇ ਹੋ ਜਾਂਦੇ ਆ। ਸੋ ਜਿਹੜੇ ਨਕਸ਼ਤਰ 'ਚ ਹੀ ਬੋਰਨ ਹੋਏ ਉਹੀ ਕਰੀਅਰ ਵਾਲੇ ਖਾਨੇ ਦੇ ਵਿੱਚ ਉੱਚ ਦਾ ਬੈਠਾ। ਸੋ ਇੱਕ ਤਾਂ ਇਹਨਾਂ ਦਾ ਇਸ ਖਾਨੇ ਦਾ ਸਵਾਮੀ ਜਿਹੜਾ ਉੱਚ ਦਾ ਬੈਠਾ, ਔਰ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਸ਼ੁੱਕਰ ਹੈਗਾ, ਸ਼ੁੱਕਰ 8ਵੇਂ ਖਾਨੇ ਦੇ ਵਿੱਚ ਮੀਨ ਲਗਨ ਦੇ ਵਿੱਚ ਉੱਚ ਦਾ ਬੈਠਾ। ਸੋ ਦੋ ਗ੍ਰਹਿ ਇਹਨਾਂ ਦੇ ਉੱਚ ਦੇ ਬੈਠੇ ਆ। ਕਿਸੇ ਵੀ ਕੁੰਡਲੀ 'ਚ ਜਦੋਂ 2 ਜਾਂ 2 ਤੋਂ ਵੱਧ ਗ੍ਰਹਿ ਉੱਚ ਦੇ ਹੋਣ ਜਾਂ ਨੀਚ ਦੇ ਹੋਣ ਉਸੇ ਹਿਸਾਬ ਨਾਲ ਫਲ ਮਿਲਦਾ। ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਤ੍ਰਿਕੋਣ ਦੇ ਸਵਾਮੀ ਹੁੰਦੇ ਆ, ਆਪਣਾ ਜਿਹੜਾ ਪਹਿਲਾ, 5ਵਾਂ ਤੇ 9ਵਾਂ ਖਾਨਾ, ਉਹਨਾਂ ਦੇ ਗ੍ਰਹਿਾਂ ਦਾ ਜਿਹੜਾ ਆਪਸੀ ਸੰਬੰਧ ਆ ਉਹ ਵੀ ਬਹੁਤ ਵਧੀਆ, ਕਿਉਂਕਿ 5ਵੇਂ ਖਾਨੇ ਦਾ ਸਵਾਮੀ ਗੁਰੂ ਮੰਗਲ ਦੀ ਰਾਸ਼ੀ ਵਿੱਚ 9th ਹਾਊਸ 'ਚ ਬੈਠਾ ਔਰ 9th ਹਾਊਸ ਦਾ ਸਵਾਮੀ ਮੰਗਲ ਜਿਹੜਾ ਉਹ 5th ਹਾਊਸ 'ਚ ਬੈਠਾ। ਦੋਵੇਂ ਇੱਕ ਦੂਜੇ ਦੇ ਘਰ ਵਿੱਚ ਬੈਠੇ ਆ, ਇੱਕ ਦੂਜੇ ਦੇ ਨਾਲ ਰਾਸ਼ੀ ਪਰਿਵਰਤਨ ਕਰ ਰਹੇ ਆ। ਜਦੋਂ ਵੀ ਕੋਈ ਗ੍ਰਹਿ, ਭਾਵੇਂ ਉਹ ਇਹ ਤਾਂ ਹੈ ਹੀ ਮਿੱਤਰ ਗ੍ਰਹਿ ਨੇ, ਜਿਹੜੇ ਵੀ ਮੰਗਲ ਤੇ ਜਿਹੜੇ ਗੁਰੂ ਨੇ ਇਹ ਇੱਕ ਦੂਜੇ ਦੇ ਨਾਲ ਮਿੱਤਰਤਾ ਭਾਵ ਰੱਖਦੇ ਆ, ਪਰ ਜੇਕਰ ਕੋਈ 2 ਐਨੀਮੀ ਪਲੈਨਟ ਵੀ ਹੋਣ, ਜਦੋਂ ਉਹ ਇੱਕ ਦੂਜੇ ਦੇ ਘਰ ਦੇ ਵਿੱਚ ਬੈਠੇ ਹੋਣ ਤਾਂ ਕਦੇ ਵੀ ਬੈਡ ਫਲ ਨਹੀਂ ਦਿੰਦੇ। ਇਹ ਇਸੇ ਤਰ੍ਹਾਂ ਆ ਆਮ ਪਰਸਨਸ ਦੀ ਤਰ੍ਹਾਂ ਵੀ ਇੱਕ ਬੰਦਾ ਦੂਜੇ ਦੇ ਘਰ 'ਚ ਬੈਠਾ, ਉਹਨੂੰ ਪਤਾ ਜੇ ਮੈਂ ਇਹਦੇ ਘਰ ਨੂੰ ਨੁਕਸਾਨ ਪਹੁੰਚਾਊਂਗਾ ਤਾਂ ਇਹ ਮੇਰੇ ਘਰ ਨੂੰ ਨੁਕਸਾਨ ਪਹੁੰਚਾ ਦੂਗਾ। ਸੋ ਇਸ ਕਰਕੇ ਇਹੀ ਕੰਮ ਐਸਟ੍ਰੋਲੋਜੀ ਦੇ ਵਿੱਚ ਵੀ ਇਹ ਜਿਹੜਾ ਰੂਲ ਆ ਉਹ ਫੋਲੋ ਹੁੰਦਾ। ਸੋ ਜਿਹੜੇ ਇੱਕ ਦੂਜੇ ਦੇ ਘਰ 'ਚ ਬੈਠੇ ਆ ਉਹ ਵੀ ਹੈਲਪਫੁਲ ਹੋਣਗੇ। ਬਾਕੀ ਕੁਝ ਪਲੈਨਟਸ ਇਹਨਾਂ ਨੂੰ ਪ੍ਰੋਬਲਮਸ ਦੇਣਗੇ। ਆਪਾਂ ਇਹਨਾਂ ਦੇ ਇੱਕ ਇੱਕ ਕਰਕੇ ਜਿਹੜੇ ਸਾਰੇ ਇਹਨਾਂ ਦੇ ਕੁਐਸਚਨਸ ਨੇ ਉਹਨਾਂ ਦਾ ਆਨਸਰ ਕਰਨ ਦੀ ਮੈਂ ਕੋਸ਼ਿਸ਼ ਕਰੂੰਗੀ। ਸੋ ਪਹਿਲਾ ਕੁਐਸਚਨ ਇਹਨਾਂ ਦਾ ਸੀ ਮੈਰਿਜ ਐਂਡ ਚਿਲਡਰਨ ਬਾਰੇ, ਫਿਰ ਹੈਲਥ ਬਾਰੇ, ਪਰ ਪਹਿਲਾਂ ਆਪਾਂ ਹੈਲਥ ਦੇਖਾਂਗੇ। ਸੋ ਹੈਲਥ ਜਿਹੜੀ ਇਹਨਾਂ ਦੀ ਹੈਗੀ, ਪਹਿਲਾਂ ਤਾਂ ਜਿਹੜਾ ਲਾਰਡ ਆਫ ਅਸੈਂਡੈਂਟ ਆ ਉਹਦੀ ਸਥਿਤੀ ਕੀ ਆ, ਜਿਹੜਾ ਲਗਨ ਦਾ ਮਾਲਕ ਹੈ ਉਹ ਕਿੱਥੇ ਬੈਠਾ, ਕਿਹਦੇ ਨਾਲ ਬੈਠਾ। ਸੋ ਉਹਦੇ ਨਾਲ ਥੋੜ੍ਹੇ ਆਪਾਂ ਨੂੰ ਦੇਖਣਾ ਪੈਣਾ। ਇੱਕ ਤਾਂ ਇਹਨਾਂ ਦੇ ਲਗਨ ਦਾ ਮਾਲਕ ਜਿਹੜਾ ਸੂਰਿਆ ਉਹ 7th ਹਾਊਸ ਦੇ ਵਿੱਚ ਰਾਹੂ ਦੇ ਨਾਲ ਬੈਠਾ, ਗ੍ਰਹਿਣ ਯੋਗ ਬਣਦਾ, ਪਰ ਨਾਲ ਹੀ ਇੱਥੇ ਸੂਰਿਆ 7th ਹਾਊਸ ਦੇ ਵਿੱਚ ਨੀਚ ਦਾ ਹੋ ਜਾਂਦਾ। ਸੋ ਇਹਨਾਂ ਨੂੰ ਹੈਲਥ ਇਸ਼ੂਜ਼ ਜਿਹੜੇ ਆ, ਇੱਕ ਤਾਂ ਸੂਰਿਆ ਨੀਚ ਦਾ ਹੋਣ ਕਰਕੇ ਜਿਹੜੇ ਹੈਲਥ ਇਸ਼ੂਜ਼ ਆਉਣਗੇ, ਭਾਵੇਂ ਕਿ ਇਸ ਸੂਰਿਆ ਨੇ ਇਹਨਾਂ ਨੂੰ ਬਿਜ਼ਨਸ 'ਚ ਜਾ ਕੇ ਹੈਲਪ ਕਰ ਦੇਣੀ ਆ, ਪਰ ਇੱਥੇ ਸੂਰਿਆ ਨੇ ਹੈਲਥ ਇਸ਼ੂਜ਼ ਦੇਣੇ ਆ। ਔਰ ਸੂਰਿਆ ਜਦੋਂ ਵੀ ਹੈਲਥ ਇਸ਼ੂਜ਼ ਦੇਣ, ਇਹ ਹੱਡੀਆਂ ਸੰਬੰਧੀ ਰੋਗ ਤੇ ਸਿਰ ਸੰਬੰਧੀ, ਹਾਈ ਬਲੱਡ ਪ੍ਰੈਸ਼ਰ, ਸੋ ਇੱਦਾਂ ਦੇ ਰੋਗ ਜਿਹੜੇ ਆ ਇਹ ਦੰਦੇ ਹੁੰਦੇ ਆ, ਦੰਦਾਂ ਦੇ ਰੋਗ, ਅੱਖਾਂ ਦੇ ਰੋਗ ਜਿਹੜੇ ਦੰਦੇ ਆ, ਖਾਸ ਕਰਕੇ ਜਿਹੜੇ ਜੈਂਟਸ ਹੁੰਦੇ ਆ ਉਹਨਾਂ ਨੂੰ ਰਾਈਟ ਆਈ ਦੀ ਵਿਜ਼ਨ ਉਹਨਾਂ ਦੀ ਛੇਤੀ ਪ੍ਰਭਾਵਿਤ ਹੁੰਦੀ ਆ। ਔਰ ਦੂਸਰੀ ਗੱਲ, 1st ਹਾਊਸ ਦੇ ਵਿੱਚ ਜਿਹੜੇ ਕੇਤੂ ਬੈਠੇ ਆ, ਕਿਸੇ ਦੀ ਵੀ ਕੁੰਡਲੀ 'ਚ 1st ਹਾਊਸ 'ਚ ਕੇਤੂ ਹੋਣ, ਭਾਵੇਂ ਕਿਸੇ ਵੀ ਲਗਨ ਦੇ ਵਿੱਚ ਬੈਠੇ ਹੋਣ, ਤਾਂ ਇਹ ਐਂਗਜ਼ਾਇਟੀ ਦਾ ਇਸ਼ੂ ਜ਼ਰੂਰ ਕ੍ਰੀਏਟ ਕਰਦੇ ਆ, ਐਂਗਜ਼ਾਇਟੀ ਦੀ ਪ੍ਰੋਬਲਮ ਜ਼ਰੂਰ ਦਿੰਦੇ ਨੇ ਇਹ, ਤੇ ਨਾਲੇ ਜੋੜਾਂ 'ਚ ਦਰਦ। ਸੋ ਇੱਥੇ ਕੇਤੂ ਨੇ ਇਹਨਾਂ ਨੂੰ ਜੋੜਾਂ ਦੇ ਵਿੱਚ ਦਰਦ ਦੇਣਾ, ਔਰ ਜਿਹੜੇ ਸੂਰਿਆ ਨੇ ਉਹਨਾਂ ਨੇ ਹੱਡੀਆਂ ਸੰਬੰਧੀ, ਖਾਸ ਕਰਕੇ ਇਹਦੇ ਵਿੱਚ ਸਿਰ ਸੰਬੰਧੀ ਰੋਗ ਤੇ ਜਿਹੜੀ ਆਪਣੀ ਬੈਕ ਬੋਨ ਹੁੰਦੀ ਆ ਉਹਦੇ ਸੰਬੰਧੀ ਰੋਗ ਦੇਣੇ ਆ। ਔਰ ਜਿਹੜਾ ਨਾਲ ਰਾਹੂ ਬੈਠਾ ਆ, ਇਹ ਕਈ ਵਾਰ ਇਹ ਆਪਣਾ ਲੋਅਰ ਪੋਰਸ਼ਨ ਆ ਜਾਂਦਾ। ਸੋ ਲੋਅਰ ਪੋਰਸ਼ਨ ਜਿਹੜਾ ਆਪਣਾ ਜਿਵੇਂ ਕਹਿ ਦਿਓ ਬੈਲੀ ਬਟਨ ਤੋਂ ਥੱਲੇ ਥੱਲੇ, ਉੱਥੇ ਜਿਹੜੇ ਰਾਹੂ ਨੇ ਜੇ ਇੱਥੇ ਹੁਣ ਕਈ ਵਾਰ ਜੇ ਬਾਕੀ ਵੀ ਦੂਸਰੇ ਪਲੈਨਟ ਦੇ ਨਾਲ ਬੈਠੇ ਆ ਤਾਂ ਕੋਈ ਲੰਬਾ ਚੱਲਣ ਵਾਲਾ ਫੋੜਾ ਜਾਂ ਕੁਛ ਇੱਦਾਂ ਦਾ ਘਾਓ ਜ਼ਰੂਰ ਦਿੰਦੇ ਆ, ਕੋਈ ਨਾ ਕੋਈ ਜ਼ਖਮ ਹੁੰਦਾ ਜਿਹੜਾ ਕਦੇ ਬਣ ਗਿਆ ਕਦੇ ਖਤਮ ਹੋ ਗਿਆ। ਸੋ ਉਹ ਇਹਨਾਂ ਨੂੰ ਪ੍ਰੋਬਲਮ ਵੀ ਆਉਂਦੀ ਹੋਊਗੀ, ਆਪਾਂ ਫਿਰ ਬਾਅਦ ਚੋਂ ਉਹਦੇ ਬਾਰੇ ਉਹਦੇ ਹੱਲ ਲਈ ਵੀ ਸੋਚਾਂਗੇ। ਤੇ ਨਾਲ ਹੀ ਜਿਹੜਾ ਰੋਗ ਵਾਲਾ ਖਾਨਾ ਹੈਗਾ ਉੱਥੇ ਬੁੱਧ ਬੈਠੇ ਆ, ਬੁੱਧ ਨੇ ਰੋਗ ਵਾਲੇ ਖਾਨੇ ਦੇ ਵਿੱਚ ਬੈਠ ਕੇ ਇਹਨਾਂ ਨੂੰ ਜੁਆਇੰਟ ਪੇਨ ਦੀ ਪ੍ਰੋਬਲਮ ਦੇਣੀ ਆ,
ਔਰ ਲੋਅਰ ਹਾਫ ਦੀ ਪ੍ਰੋਬਲਮ ਦੇਣੀ ਆ। ਸੋ ਇਹਨਾਂ ਨੂੰ ਹਮੇਸ਼ਾ ਆਪਣੇ ਲੋਅਰ ਹਾਫ ਦਾ ਜਿਹੜਾ ਆ ਖਿਆਲ ਰੱਖਣਾ ਪੈਣਾ ਆ। ਇੱਥੇ ਬੁੱਧ ਬੈਠ ਕੇ ਜੋੜਾਂ ਦੇ ਦਰਦ ਦੀ ਪ੍ਰੋਬਲਮ ਜਿਹੜੀ ਦੇਣਗੇ, ਜੁਆਇੰਟ ਪੇਨ ਦੀ ਦੇਣਗੇ, ਔਰ ਖਾਸ ਕਰਕੇ ਹੱਥਾਂ ਪੈਰਾਂ ਦੇ ਵਿੱਚ ਸਵੈਲਿੰਗ ਵੀ ਕਰਦੇ ਆ। ਖਾਸ ਕਰਕੇ ਜਦੋਂ ਮਕਰ ਰਾਸ਼ੀ ਦੇ ਵਿੱਚ ਜਿਹੜੇ ਬੁੱਧ ਹੈ ਬੈਠੇ ਹੋਣ, ਕਿਸੇ ਦੀ ਰਾਸ਼ੀ ਦੇ ਵਿੱਚ ਵੀ ਜੇ ਉਹਦਾ ਸੂਰਜ ਲਗਨ ਹੈਗਾ ਜਾਂ ਉਹ ਲੀਓ ਹੈਗਾ ਆ, ਜੇ 6th ਹਾਊਸ 'ਚ ਉਹਦੇ ਬੁੱਧ ਹੈਗੇ ਆ, ਉਹਨੂੰ ਜੋੜਾਂ ਦੀ ਪ੍ਰੋਬਲਮ ਤੇ ਨਾਲ ਹੀ ਹੱਥਾਂ ਪੈਰਾਂ ਤੇ ਸਵੈਲਿੰਗ ਆਉਣੀ ਹੀ ਆਉਣੀ ਆ। ਸੋ ਇਹ ਇਹਨਾਂ ਦੇ ਹੈਗੇ ਨੇ ਜਿਹੜੇ ਮੇਨ ਹੈਲਥ ਇਸ਼ੂਜ਼ ਨੇ। ਉਸ ਤੋਂ ਬਾਅਦ ਇਹਨਾਂ ਦਾ ਸੀ ਮੈਰਿਜ ਤੇ ਬੱਚਿਆਂ ਦਾ। ਸੋ ਪਹਿਲਾਂ ਤਾਂ ਮੈਰਿਜ ਹੋਣ ਦਾ ਯੋਗ ਇਹਨਾਂ ਦੀ ਜਿਹੜੀ ਹੁਣ ਆਪਾਂ ਦੇਖਾਂਗੇ ਵੀ ਮੈਰਿਜ ਦੀ ਦਸ਼ਾ ਕਿਹੜੀ ਆ, ਕਿਹੜੀ ਦਸ਼ਾ 'ਚ ਮੈਰਿਜ ਹੁੰਦੀ ਆ। ਆਮ ਕਰਕੇ ਜਿਹੜੇ ਸੂਰਜ ਲਗਨ ਵਾਲੇ ਲੀਓ ਹੁੰਦੇ ਆ, ਇਹਨਾਂ ਲਈ ਜਿਹੜਾ ਗੁਰੂ ਹੈਗਾ ਜੁਪੀਟਰ ਆ, ਉਹ ਕਾਰਕ ਗ੍ਰਹਿ ਆ। ਜਦੋਂ ਜੁਪੀਟਰ ਦੀ ਦਸ਼ਾ ਸਟਾਰਟ ਹੋ ਗਈ, ਉਹਦੇ ਵਿੱਚ ਦੂਜੇ ਪਲੈਨਟਸ ਦੀ ਅੰਤਰ ਦਸ਼ਾ ਹੋਣੀ ਹੈ, ਤਾਂ ਫਿਰ ਇਹਨਾਂ ਦਾ ਵਿਆਹ ਦਾ ਯੋਗ ਬਣਦਾ ਚਲਿਆ ਜਾਂਦਾ। ਸੋ ਇਹਨਾਂ ਦੇ ਜਿਹੜਾ ਹੁਣ ਦਸ਼ਾ ਚੱਲ ਰਹੀ ਹੈ ਮੇਨ 2016 ਤੋਂ 2032 ਤੱਕ, ਇਹ ਇਹਨਾਂ ਦੇ ਗੁਰੂ ਦੀ ਦਸ਼ਾ ਆ। ਗੁਰੂ ਦੀ ਦਸ਼ਾ ਇਹਨਾਂ ਲਈ ਯੋਗ ਕਾਰਕ ਹੁੰਦੀ ਆ, ਔਰ ਖਾਸ ਕਰਕੇ ਗੁਰੂ ਬੈਠੇ ਵੀ 9th ਹਾਊਸ 'ਚ ਨੇ। ਹੁਣ ਇਹਨਾਂ ਦੇ 2016 ਤੋਂ ਜਿਹੜਾ ਟਾਈਮ ਹੈ ਉਹ ਵਧੀਆ ਚੱਲ ਰਿਹਾ। ਇੱਕ ਤਾਂ ਵੈਸੇ ਹੀ ਗੁਰੂ ਇਹਨਾਂ ਦੇ ਵਧੀਆ ਖਾਨੇ 'ਚ ਬੈਠੇ ਆ, ਦਸ਼ਾ ਵੀ ਵਧੀਆ ਚੱਲ ਰਹੀ ਹੈ। ਥੋੜੀ ਜੀ ਇਸ ਵੇਲੇ ਗੁਰੂ ਗੋਚਰ ਦੇ ਵਿੱਚ 6th ਹਾਊਸ 'ਚ ਚੱਲ ਰਹੀ ਆ। ਇਸ ਨਵੰਬਰ ਤੋਂ ਬਾਅਦ ਦਸੰਬਰ ਦੇ ਵਿੱਚ ਜਦੋਂ ਗੁਰੂ ਨੇ 7th ਹਾਊਸ 'ਚ ਆ ਜਾਣਾ, ਉਸ ਤੋਂ ਬਾਅਦ ਇਹਨਾਂ ਨੂੰ ਇਹਨਾਂ ਦੀ ਲਾਈਫ ਦੇ ਵਿੱਚ ਆਉਣ ਵਾਲਾ ਪਾਰਟਨਰ ਹੈ ਜਿਹੜਾ ਮਿਲ ਜਾਣਾ ਹੈ ਤੇ ਵਿਆਹ ਦੇ ਯੋਗ ਬਣ ਜਾਣੇ ਆ। ਇਹਨਾਂ ਦੇ ਇਸ ਦਸੰਬਰ ਤੋਂ ਬਾਅਦ ਐਨੀ ਟਾਈਮ ਇਹ ਵਿਆਹ ਕਰਾ ਸਕਦੇ ਨੇ, ਪਰ ਨਾਲ ਹੀ ਜਿੱਥੋਂ ਤੱਕ ਮੈਨੂੰ ਲੱਗਦਾ ਆ ਕਿ ਇਹ ਵਿਆਹ ਜਿਹੜਾ ਆ ਉਹ ਟਾਲਣਗੇ 2024 ਤੱਕ। 2024 ਦੀ ਅਕਤੂਬਰ ਤੱਕ। ਹੁਣ ਜਿਵੇਂ ਪਹਿਲਾਂ ਇਹਨਾਂ ਤੇ ਗੁਰੂ ਦੇ ਵਿੱਚ ਜਿਹੜੇ ਨੇ ਇਸ ਵੇਲੇ ਸ਼ਨੀ ਚੱਲ ਰਹੇ ਆ, ਸ਼ਨੀ ਤੋਂ ਬਾਅਦ ਬੁੱਧ ਨੇ ਚੱਲਣਾ, ਥੋੜੇ ਜਿਹੇ ਇਹਨਾਂ ਦੇ ਰੋਗ ਵਧਣਗੇ ਉਸ ਵੇਲੇ। ਉਸ ਤੋਂ ਬਾਅਦ ਕੇਤੂ ਦੀ ਦਸ਼ਾ ਚੱਲਣੀ ਹੈ, ਐਂਗਜ਼ਾਇਟੀ, ਥੋੜਾ ਡਿਪਰੈਸ਼ਨ, ਥੋੜੀ ਮਾਨਸਿਕ ਜਿਵੇਂ ਕਹਿ ਦੋ ਇਹਨਾਂ ਦੀ ਹੈਲਥ ਹੈ ਉਹ ਪ੍ਰਭਾਵਿਤ ਹੋਊਗੀ। ਉਸ ਤੋਂ ਬਾਅਦ ਜਦੋਂ ਗੁਰੂ 'ਚ ਸ਼ੁਕਰ ਚੱਲਣਾ ਹੈਗਾ ਆ ਅਕਤੂਬਰ 2024 ਤੋਂ ਬਾਅਦ, ਸੋ 3 ਸਾਲ ਇਹਨਾਂ ਨੂੰ ਹੋਰ ਵੇਟ ਕਰਨੀ ਪੈ ਸਕਦੀ ਆ। ਇਹ ਆਪ ਹੀ ਟਾਲ ਦੇਣਗੇ, ਚਾਹੇ ਇਹਨਾਂ ਨੂੰ ਜੀਵਨ ਸਾਥੀ ਵਧੀਆ ਮਿਲ ਵੀ ਜਾਵੇ। ਸੋ ਮੇਰੇ ਹਿਸਾਬ ਨਾਲ ਇਹ ਅਕਤੂਬਰ 2024 ਤੋਂ ਬਾਅਦ ਵਿਆਹ ਕਰਾਉਣਗੇ। ਜਿੱਥੋਂ ਤੱਕ ਇਹਨਾਂ ਦੀ ਸੰਤਾਨ ਬਾਰੇ ਆਪਾਂ ਦੇਖਦੇ ਹਾਂ, ਸੰਤਾਨ ਦੇ ਲਈ 5th ਹਾਊਸ ਦੇਖਿਆ ਜਾਂਦਾ। 5th ਹਾਊਸ ਦੇ ਵਿੱਚ ਇਹਨਾਂ ਦੇ ਸ਼ਨੀ ਤੇ ਮੰਗਲ ਦੋ ਬੈਠੇ ਆ ਗ੍ਰਹਿ, ਤੇ ਬੈਠੇ ਨੇ ਦੋਵੇਂ ਧਨੂ ਰਾਸ਼ੀ ਦੇ ਵਿੱਚ। ਧਨੂ ਰਾਸ਼ੀ ਲਈ ਮੰਗਲ ਤਾਂ ਵਧੀਆ ਹੈਗੇ ਹੀ ਹੈਗੇ ਆ, ਪਰ ਇੱਥੇ ਸ਼ਨੀ ਸਾਹਮਣੇ ਗੁਰੂ ਦੇ ਲਈ ਪ੍ਰੋਬਲਮ ਦੇਣਗੇ। ਖਾਸ ਕਰਕੇ ਜਿਨ੍ਹਾਂ ਦਾ ਸੂਰਜ ਲਗਨ ਹੁੰਦਾ, ਲੀਓ ਹੁੰਦੇ ਆ, ਜੇ ਉਹਨਾਂ ਦੇ 5th ਹਾਊਸ ਦੇ ਵਿੱਚ ਸ਼ਨੀ ਹੋਣ ਤਾਂ ਉਹਨਾਂ ਦੀ ਸੰਤਾਨ ਲੇਟ ਹੁੰਦੀ ਹੈ, ਤੇ ਜਦੋਂ ਸੰਤਾਨ ਹੋ ਵੀ ਜਾਵੇ ਤਾਂ ਉਹਦਾ ਸੁੱਖ ਘੱਟ ਹੁੰਦਾ। ਆਮ ਕਰਕੇ ਕੰਨਿਆ ਸੰਤਾਨ ਹੁੰਦੀ ਆ, ਤੇ ਪਰ ਨਾਲ ਹੀ ਗੁਰੂ ਦੀ ਦ੍ਰਿਸ਼ਟੀ ਜਿਹੜੀ ਆ ਉਹ 9ਵੀਂ ਦ੍ਰਿਸ਼ਟੀ ਪੈਣ ਕਰਕੇ ਇਹਨਾਂ ਨੂੰ ਇੱਕ ਮੇਲ ਸੰਤਾਨ ਦਾ ਵੀ ਯੋਗ ਇਹਨਾਂ ਦੇ ਜ਼ਰੂਰ ਹੈ, ਤੇ ਫੀਮੇਲ ਵੀ। ਵੈਸੇ ਮੁੰਡਿਆਂ ਕੁੜੀਆਂ ਦੇ ਵਿੱਚ ਫਰਕ ਕੋਈ ਨਹੀਂ, ਪਰ ਸੰਤਾਨ ਇਹਨਾਂ ਦੀ ਲੇਟ ਹੋਗੀ ਹੀ ਹੋਗੀ। ਔਰ ਨਾਲ ਹੀ ਮੰਗਲ ਵੀ ਬੈਠਾ ਆ, ਮੰਗਲ ਵੀ ਜਿਹੜਾ ਆ ਉਹ ਸੰਤਾਨ ਦੇ ਵਿੱਚ ਦੇਰੀ ਕਰਦਾ, ਔਰ ਨਾਲ ਐਜੂਕੇਸ਼ਨ 'ਚ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਵਿਘਨ ਆਏ ਹੋਣੇ ਆ। ਇਹਨਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਥੋੜੀ ਡਿਲੇਡ ਹੋ ਕੇ ਹੋਈ ਆ, ਕਿਉਂਕਿ ਸ਼ਨੀ ਜਿੱਥੇ ਬੈਠਦੇ ਆ ਉਸ ਕੰਮ ਨੂੰ ਸਲੋ ਕਰ ਦਿੰਦੇ ਆ। ਸੋ ਇਹ ਸੀ ਇਹਨਾਂ ਦਾ ਮੈਰਿਜ ਤੇ ਸੰਤਾਨ ਬਾਰੇ। ਬਾਕੀ ਆਪਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ, ਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਇਹਨਾਂ ਦੇ ਗ੍ਰਹਿ ਕੀ ਕਹਿੰਦੇ ਨੇ। ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਜਿਨ੍ਹਾਂ ਦੀ ਆਪਾਂ ਅੱਜ ਹੋਰੋਸਕੋਪ ਪੜ੍ਹ ਰਹੇ ਹਾਂ, ਉਹਨਾਂ ਦੀ ਆਪਾਂ ਮੈਰਿਜ ਤੇ ਕਿਡਸ ਬਾਰੇ ਦੇਖ ਰਹੇ ਸੀ। ਤੇ ਹੁਣ ਉਹਨਾਂ ਦਾ ਜਿਹੜਾ ਨੈਕਸਟ ਕੁਐਸਚਨ ਸੀ ਉਹ ਸੀ ਇਹਨਾਂ ਦੇ ਰਿਲੇਸ਼ਨਸ਼ਿਪ ਵਿਦ ਫੈਮਿਲੀ। ਸੋ ਜਿਹੜੇ ਇਹ ਰਿਲੇਸ਼ਨਸ਼ਿਪ ਨੇ ਫੈਮਿਲੀ ਦੇ, ਇਹ ਇਹਨਾਂ ਦੇ ਵਧੀਆ ਹੀ ਰਹਿਣਾ। ਜਿਹੜਾ ਫੈਮਿਲੀ ਤੇ ਫਾਈਨਾਂਸ ਦਾ ਜਿਹੜਾ ਪਲੈਨਟ ਆ ਉਹ ਹੈ ਤਾਂ ਬੁੱਧ ਹੈ ਜਿਹੜਾ ਕਿ 6th ਹਾਊਸ 'ਚ ਬੈਠਾ। ਸੋ ਥੋੜ੍ਹੀਆਂ ਜਿਹੀਆਂ ਕਠਿਨਾਈਆਂ ਤਾਂ ਇਹਨਾਂ ਨੂੰ ਆਉਣਗੀਆਂ ਰਿਲੇਸ਼ਨਸ਼ਿਪ ਦੇ ਵਿੱਚ, ਪਰ ਫਿਰ ਵੀ ਬਾਕੀ ਇਹਨਾਂ ਦਾ ਠੀਕ ਹੀ ਚੱਲਣਾ। ਇਸ ਪਾਸਿਓਂ ਇਹਨਾਂ ਨੂੰ ਥੋੜ੍ਹਾ ਜਿਹਾ ਜਿਵੇਂ ਦਾਨ ਦੱਸ ਦਾਂਗੇ ਆਪਾਂ ਵੀ ਕਿਹੜੀਆਂ ਚੀਜ਼ਾਂ ਦਾ ਦਾਨ ਹੈ ਇਹ ਕਰ ਸਕਦੇ ਆ। ਹੁਣ ਆਪਾਂ ਇਹਨਾਂ ਦਾ ਜਿਹੜਾ ਨੈਕਸਟ ਕੁਐਸਚਨ ਸੀ ਉਹ ਸੀ ਕਿ ਇਹ ਬੱਚਾ ਜਿਹੜਾ ਲਾਇਰ ਹੈਗਾ ਤੇ ਇਹ ਆਪਣੀ ਫਰਮ ਖੋਲ੍ਹਣਾ ਚਾਹੁੰਦਾ ਹੈ, ਕਿ ਇਹ ਖੋਲ੍ਹ ਸਕੂਗਾ ਤੇ ਕਦੋਂ ਖੋਲ੍ਹ ਸਕੂਗਾ।
ਪਹਿਲੀ ਗੱਲ ਤਾਂ ਇਹ ਹੈ ਵੀ ਇਹਨਾਂ ਦੇ ਕਰੀਅਰ ਸੰਬੰਧੀ ਜਿਹੜੇ ਮੰਗਲ ਤੇ ਸ਼ਨੀ ਨੇ ਉਹਨਾਂ ਨੇ ਇਹਨਾਂ ਦੀ ਇਨਕਮ ਦਾ ਕਾਰਕ ਬਣਨਾ ਆ। ਤੇ ਇਹ ਜਦੋਂ ਵੀ ਕਰੀਅਰ ਨੂੰ ਪ੍ਰਭਾਵਿਤ ਕਰਦੇ, ਇੱਕ ਤਾਂ ਜਦੋਂ ਚੰਦਰਮਾ 10th ਹਾਊਸ 'ਚ ਹੋਵੇ ਬੰਦਾ ਵਧੀਆ ਜਿਵੇਂ ਕਹਿ ਦਿਓ ਕਾਉਂਸਲਰ ਹੁੰਦਾ, ਵਧੀਆ ਸਲਾਹ ਦਿੰਦਾ। ਸੋ ਵਕੀਲਾਂ ਕੋਲ ਜੇ ਕੋਈ ਜਾਊਗਾ ਤਾਂ ਉਹਨੇ ਵਧੀਆ ਸਲਾਹ ਦੇਣੀ ਹੈ। ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਲਈ 7th ਹਾਊਸ ਵੀ ਆਪਣਾ ਜ਼ਿੰਮੇਵਾਰ ਹੁੰਦਾ, ਉੱਥੇ ਰਾਹੂ ਤੇ ਸੂਰਿਆ ਬੈਠੇ ਆ। ਸੋ ਰਾਹੂ ਇੱਥੇ ਬੈਠ ਕੇ ਜਿਹੜੇ ਕੋਰਟ ਕੇਸਿਸ ਸੰਬੰਧੀ ਜਿਹੜੇ ਵਾਦ ਵਿਵਾਦ ਨੇ, ਝਗੜੇ ਨੇ, ਜਿਹੜੇ ਡਿਸਪਿਊਟਸ ਹੁੰਦੇ ਆ ਉਹਨਾਂ ਸੰਬੰਧੀ ਇਹਨਾਂ ਨੂੰ ਵਧੀਆ ਜਿਵੇਂ ਇੱਕ ਕਾਰੋਬਾਰ ਇਹਨਾਂ ਦਾ ਸਥਾਪਿਤ ਕਾਰੋਬਾਰ ਦੇਣਗੇ। ਔਰ ਇੱਥੇ ਜਿਵੇਂ ਕਿ ਮੈਂ ਗੱਲ ਕੀਤੀ ਸੀ, ਸੂਰਿਆ ਸਪਤਮ ਭਾਵ ਦੇ ਵਿੱਚ ਬੈਠ ਕੇ ਇੱਕ ਤਾਂ ਬੈਡ ਫਲ ਦਿੰਦੇ ਨੇ, ਮੈਰਿਡ ਲਾਈਫ ਥੋੜ੍ਹੀ ਜਿਹੀ ਬੰਦੇ ਦੀ ਜਿਹੜੀ ਆ ਉਹ ਅਸੰਤੁਸ਼ਟ ਜੀ ਹੁੰਦੀ ਆ, ਖੁਸ਼ ਨਹੀਂ ਹੁੰਦਾ ਬੰਦਾ, ਤੇ ਨਾਲ ਹੀ ਥੋੜ੍ਹੇ ਰੋਗ ਵੀ ਦਿੰਦੇ ਆ। ਪਰ ਜਿਹੜਾ ਸਭ ਤੋਂ ਪੋਜ਼ਿਟਿਵ ਕੰਮ ਹੁੰਦਾ ਹੈ ਸਰਕਾਰ ਵੱਲੋਂ, ਸਟੇਟ ਵੱਲੋਂ ਕੋਈ ਇਹੋ ਜਿਹਾ ਕੰਮ ਕਾਰੋਬਾਰ ਦਿੰਦੇ ਆ ਕਿ ਬੰਦਾ ਜਾਂ ਤਾਂ ਸਰਕਾਰੀ ਜੌਬ ਕਰਦਾ ਜਾਂ ਸੈਮੀ ਗਵਰਨਮੈਂਟ ਜੌਬ ਕਰਦਾ ਜਾਂ ਫਿਰ ਉਹਦਾ ਜਿਵੇਂ ਕਹਿ ਦਿਓ ਵੀ ਸਰਕਾਰੀ ਦਰਬਾਰੇ ਮਾਣ ਜਿਹੜਾ ਬਣਿਆ ਰਹਿੰਦਾ ਤੇ ਵਾਹ ਵਾਸਤਾ ਸਟੇਟ ਨਾਲ ਬਣਿਆ ਰਹਿੰਦਾ ਹੈ। ਇੱਥੇ 2 ਪਲੈਨਟਸ ਨੇ ਜਿਹੜੇ ਇਹਨਾਂ ਦੇ ਸਟੇਟ ਦੇ ਨਾਲ ਸੰਬੰਧ ਸਥਾਪਿਤ ਕਰਨਗੇ। ਇੱਕ ਤਾਂ 7th ਹਾਊਸ 'ਚ ਬੈਠ ਕੇ ਸੂਰਿਆ ਔਰ 8th ਹਾਊਸ 'ਚ ਬੈਠ ਕੇ ਜਿਹੜੇ ਉੱਚ ਦੇ ਸ਼ੁਕਰ ਨੇ। ਉੱਚ ਦੇ ਸ਼ੁਕਰ ਵੀ ਸਟੇਟ ਵਾਲੇ ਪਾਸਿਓਂ ਤੇ ਨਾਲ ਹੀ ਵਿਦੇਸ਼ੀ ਸੰਬੰਧਾਂ ਤੋਂ ਇਹਨਾਂ ਨੂੰ ਲਾਭ ਪ੍ਰਾਪਤ ਕਰਵਾਉਣਗੇ। ਔਰ ਨਾਲ ਹੀ ਜਿਹੜਾ 6th ਹਾਊਸ ਦੇ ਵਿੱਚ ਬੁੱਧ ਬੈਠਾ ਜਿਹਨੇ ਕਿ ਇਹਨਾਂ ਨੂੰ ਜੋੜਾਂ ਦਾ ਦਰਦ ਦੇਣਾ ਔਰ ਨਾਲ ਹੀ ਇਹਨਾਂ ਦੇ ਹੱਥਾਂ ਪੈਰਾਂ ਤੇ ਸਵੈਲਿੰਗ ਦੀ ਪ੍ਰੋਬਲਮ ਵੀ ਦੇਣੀ ਹੈ ਕਿਉਂਕਿ ਉਹ ਮਗਰ ਲਗਨ 'ਚ ਬੈਠੇ ਆ। ਪਰ ਨਾਲ ਹੀ ਇੱਥੇ ਬੁੱਧ ਨੇ ਬੈਠ ਕੇ ਇਹਨਾਂ ਨੂੰ ਲੜਾਈ ਝਗੜਿਆਂ ਤੋਂ, ਝੰਜਟਾਂ ਤੋਂ ਲਾਭ ਕਰਵਾਉਣਾ। ਸੋ ਵਕੀਲਾਂ ਦਾ ਕੰਮ ਕੀ ਹੁੰਦਾ? ਲੜਾਈ ਝਗੜਿਆਂ ਵਾਲਾ। ਸੋ ਇਹ ਕੰਮ ਜਿਹੜਾ ਆ ਜਦੋਂ ਵੀ ਸੂਰਿਆ ਹੋਵੇ ਜਾਂ ਤਾਂ ਬੰਦਾ ਗਵਰਨਮੈਂਟ ਜੌਬ ਕਰਦਾ ਹੁੰਦਾ ਜਾਂ ਫਿਰ ਆਪਣਾ ਕਾਰੋਬਾਰ, ਇੰਡੀਪੈਂਡੈਂਟ ਕਾਰੋਬਾਰ। ਸੋ ਕਰਨਾ ਕਦੋਂ ਹੈ ਇਹਨਾਂ ਨੇ? ਕਰਨਾ ਉਦੋਂ ਹੈ ਜਦੋਂ ਸੂਰਿਆ ਦੀ ਦਸ਼ਾ ਆਊਗੀ, ਕਿਉਂਕਿ ਸੂਰਿਆ ਦੀ ਦਸ਼ਾ ਦੇ ਵਿੱਚ ਹੀ ਬੰਦਾ ਜਿਹੜਾ ਆ ਇੰਡੀਪੈਂਡੈਂਟ ਕੰਮ ਹੈ ਜਿਹੜਾ ਉਹ ਕਰ ਸਕਦਾ। ਸੂਰਿਆ ਦੀ ਦਸ਼ਾ ਇਹਨਾਂ ਦੀ ਸਟਾਰਟ ਹੋਣੀ ਹੈ ਜਾ ਕੇ ਜੂਨ 2027 ਤੋਂ ਬਾਅਦ। ਸੋ ਜੂਨ 2027 ਤੱਕ ਆਲਮੋਸਟ 6 ਸਾਲ ਪਏ ਆ ਹਲੇ ਇਹ ਜੌਬ ਕਰਨਗੇ ਜਾਂ ਕਿਸੇ ਦੇ ਨਾਲ ਸਾਂਝਾ ਕੋਈ ਫਰਮ ਇੱਦਾਂ ਦੀ ਕਰ ਸਕਦੇ ਆ, ਜੁਆਇੰਟ ਵੈਂਚਰ 'ਚ ਕੰਮ ਕਰ ਸਕਦੇ ਆ ਜਾਂ ਕਿਸੇ ਦੇ ਅੰਡਰ ਕੰਮ ਕਰ ਸਕਦੇ ਆ। ਆਪਣਾ ਕੰਮ ਇਹ ਜਾ ਕੇ ਕਰਨਗੇ ਜੂਨ 2027 ਤੋਂ ਬਾਅਦ। ਉਸ ਵੇਲੇ ਕਿਉਂਕਿ ਦਸ਼ਾ, ਮੇਨ ਦਸ਼ਾ ਜਿਹੜੀ ਆ ਉਹ ਗੁਰੂ ਦੀ ਚੱਲ ਰਹੀ ਹੈ, ਜਦੋਂ ਉਹਦੇ ਵਿੱਚ ਅੰਤਰ ਦਸ਼ਾ ਸੂਰਿਆ ਦੀ ਆਉਣੀ ਹੈ ਤਾਂ ਇਹਨਾਂ ਦੇ ਆਪਣੇ ਆਪ ਇੱਦਾਂ ਦੇ ਜਿਹੜੇ ਪਲੈਨਟ ਨੇ ਉਹ ਬਣਨੇ ਸ਼ੁਰੂ ਹੋ ਜਾਣੇ ਆ ਕਿ ਇਹ ਆਪਣਾ ਕਾਰੋਬਾਰ ਖੋਲ੍ਹ ਸਕਣਗੇ। ਪਰ ਨਾਲ ਹੀ ਇੱਕ ਗੱਲ ਇਹ ਵੀ ਆ ਕਿਉਂਕਿ ਸਪਤਮ ਭਾਵ ਜਿਹੜਾ ਕਾਰੋਬਾਰ ਨਾਲ ਜਿਹੜਾ ਰਿਲੇਟਿਡ ਹੈ, ਹੁਣ ਇੱਥੇ ਜਿਹੜੇ ਸ਼ਨੀ ਆ, ਸ਼ਨੀ ਜਿਹੜੇ ਇਹਨਾਂ ਦੇ 7ਵੇਂ ਖਾਨੇ ਦੇ ਮਾਲਕ ਆ ਔਰ 5ਵੇਂ ਖਾਨੇ 'ਚ ਬੈਠ ਕੇ ਤੀਸਰੀ ਦ੍ਰਿਸ਼ਟੀ ਪਾ ਰਹੇ ਆ 7ਵੇਂ ਖਾਨੇ ਤੇ। ਸੋ ਇਹਨਾਂ ਨੂੰ ਆਪਣੀ ਵਾਈਫ ਦਾ ਸਹਿਯੋਗ ਕਾਫੀ ਮਿਲੂਗਾ ਔਰ ਨਾਲ ਹੀ ਇਹਨਾਂ ਦੇ ਕਾਰੋਬਾਰ ਦੇ ਵਿੱਚ ਜਿਹੜੀ ਤਰੱਕੀ ਹੈ ਜਾਂ ਕਹਿ ਲਓ ਵੀ ਜਿੰਨੀ ਇਹਨਾਂ ਨੇ ਉન્નਤੀ ਕਰਨੀ ਹੈ ਆਪਣੇ ਪ੍ਰੋਫੈਸ਼ਨ 'ਚੋਂ ਵਿਆਹ ਤੋਂ ਬਾਅਦ ਜ਼ਿਆਦਾ ਹੋਊਗੀ ਔਰ ਨਾਲ ਹੀ ਸੰਤਾਨ ਤੋਂ ਬਾਅਦ ਵੀ। ਜਿਵੇਂ ਮੈਰਿਜ ਹੋਈ ਉਸ ਤੋਂ ਬਾਅਦ ਇਹਨਾਂ ਨੇ ਕਾਫੀ ਜ਼ਿਆਦਾ ਤਰੱਕੀ ਕਰਨੀ ਹੈ ਔਰ ਜਿਉਂ ਹੀ ਇਹਨਾਂ ਦੀ ਸੰਤਾਨ ਪ੍ਰਾਪਤੀ ਉਹ ਵੀ ਜਿਵੇਂ ਕਹਿ ਦਿਓ ਉਸਨੇ 20 ਬੱਚੇ ਨੇ, ਭਾਵੇਂ ਉਹ ਧੀ ਹੋਵੇ ਪੁੱਤਰ ਹੋਵੇ, ਉਸ ਨੇ ਆਪਣੀ ਜਿਵੇਂ ਕਹਿ ਦਿਓ ਇਹਨਾਂ ਲਈ ਇੱਕ ਗੁੱਡ ਲੱਕ ਲੈ ਕੇ ਆਉਣੀ ਆ। ਸੋ ਉਹ ਵੀ ਇਹਨਾਂ ਲਈ ਜਿਹੜੀ ਸੰਤਾਨ ਵੀ ਆ ਉਹ ਵੀ ਖੁਸ਼ਹਾਲੀ ਲੈ ਕੇ ਆਊਗੀ। ਸੋ ਵਿਆਹ ਤੋਂ ਬਾਅਦ ਇਹਨਾਂ ਦੇ ਤੇ ਸੰਤਾਨ ਪ੍ਰਾਪਤੀ ਤੋਂ ਬਾਅਦ ਇਹਨਾਂ ਲਈ ਸਮਾਂ ਕਾਫੀ ਗੁੱਡ ਆ। ਆਪਣੀ ਇਹ ਜ਼ਰੂਰ ਕੰਮ ਖੋਲ੍ਹਣਗੇ ਪਰ ਨਾਲ ਹੀ ਉਹ ਕਿਉਂਕਿ ਉਹ ਸ਼ਨੀ ਜਿਹੜਾ ਕੰਮ ਦਰਸਾਉਂਦਾ ਆ ਤਾਂ ਸ਼ਨੀ ਜਿਹੜੇ ਆ ਆਪਾਂ ਜਿੱਥੇ ਅੱਜ ਬੈਠੇ ਆ ਵੈਨਕੂਵਰ ਦੇ ਵਿੱਚ ਆਪਾਂ ਬੈਠੇ ਆ। ਸੋ ਵੈਨਕੂਵਰ ਜਿਹੜਾ ਆ ਇਹ ਵੈਸਟ ਦੀ ਪ੍ਰਤੀਨਿਧਤਾ ਕਰਦਾ। ਜੇਕਰ ਇਹ ਕੰਮ ਕਾਰੋਬਾਰ ਵੈਨਕੂਵਰ 'ਚ ਖੋਲ੍ਹਦੇ ਆ, ਫਰਮ ਆਪਣੀ ਖੋਲ੍ਹਦੇ ਆ, ਉਹ ਵੀ ਇਹਨਾਂ ਨੂੰ ਓਨਾ ਹੀ ਫਲ ਦਊਗੀ। ਪਰ ਜੇਕਰ ਇਹ ਕਿਸੇ ਹੋਰ ਕੰਟਰੀ ਦੇ ਵਿੱਚ ਜਾਂ ਕਹਿ ਲਓ US 'ਚ ਜਾ ਕੇ ਵੀ ਕਾਰੋਬਾਰ ਕਰਨਾ ਚਾਹੁੰਦੇ ਆ ਤਾਂ ਉਹਦੀਆਂ ਵੀ ਜਿਹੜੀਆਂ ਵੈਸਟਰਨ ਸਟੇਟਸ ਆ ਉੱਥੇ ਵੀ ਕਰ ਸਕਦੇ ਆ ਕਿਉਂਕਿ ਇਹਨਾਂ ਦੀ ਜਿਹੜੀ ਕੁੰਡਲੀ ਆ ਉਹ ਇਹ ਦਰਸਾਉਂਦੀ ਆ ਕਿ ਜਿੰਨਾ ਇਹ ਵਿਦੇਸ਼ੀ ਯਾਤਰਾਵਾਂ ਕਰਨਗੇ ਤੇ ਵਿਦੇਸ਼ਾਂ ਨਾਲ ਸੰਬੰਧ ਰੱਖਣਗੇ ਉਨੀ ਇਹਨਾਂ ਦੇ ਕਾਰੋਬਾਰ ਦੇ ਵਿੱਚ ਤਰੱਕੀ ਹੈ ਜਿਹੜੀ ਉਹ ਹੋਣੀ ਆ। ਕਿਉਂਕਿ ਗੁਰੂ ਵੀ 9th ਹਾਊਸ ਦੇ ਵਿੱਚ ਬੈਠ ਕੇ ਵਿਦੇਸ਼ਾਂ ਤੋਂ ਮਦਦ ਰਾਹੀਂ
ਤਰੱਕੀ ਦਿੰਦਾ ਹੈ। ਔਰ ਸ਼ੁੱਕਰ ਵੀ 8th ਹਾਊਸ 'ਚ ਬੈਠ ਕੇ, ਬੁੱਧ ਵੀ 6th ਹਾਊਸ 'ਚ ਬੈਠ ਕੇ, ਔਰ ਸੂਰਿਆ ਵੀ ਜਿਹੜਾ ਆ ਸਪਤਮ 'ਚ ਬੈਠ ਕੇ ਨੀਚ ਦਾ ਹੋ ਕੇ ਉਹ ਆਪਣੇ ਘਰ ਤੋਂ ਦੂਰ ਬੰਦੇ ਨੂੰ ਤਰੱਕੀ ਦਿੰਦਾ। ਸੋ ਜਿੰਨਾ ਇਹ ਆਪਣੇ ਘਰ ਤੋਂ ਦੂਰ ਜਾਣਗੇ ਉਨੀ ਇਹਨਾਂ ਦੀ ਤਰੱਕੀ ਹੋਊਗੀ। ਸੋ ਪਰ ਰਹਿਣਗੇ ਇਹ ਵੈਸਟਰਨ ਪਾਸੇ ਹੀ, ਚਾਹੇ ਇਹ ਕੈਨੇਡਾ 'ਚ ਰਹਿ ਲੈਣ ਜਾਂ ਚਾਹੇ US 'ਚ ਮੂਵ ਹੋ ਜਾਣ, ਉਹ ਇਹਨਾਂ ਦੀ ਮਰਜ਼ੀ ਆ। ਅਤੇ ਬਾਕੀ ਜਦੋਂ ਫਿਰ ਗ੍ਰਹਿ ਅਗਲੇ ਚੇਂਜ ਹੋਣਗੇ ਉਦੋਂ ਆਪਾਂ ਇਹਨਾਂ ਦਾ ਉਦੋਂ ਦੇਖ ਸਕਦੇ ਹਾਂ। ਸੋ ਇਹ ਸੀ ਇਹਨਾਂ ਦੇ 4th ਕੁਐਸਚਨ ਦਾ ਜਵਾਬ। ਹੁਣ ਆਪਾਂ ਨੇ ਇਹ ਦੇਖਣਾ ਕਿ ਜਿਹੜੇ ਜਿਹੜੇ ਇਹਨਾਂ ਨੂੰ ਇਸ਼ੂਜ਼ ਆ ਰਹੇ ਆ ਉਹਦੇ ਲਈ ਇਹ ਕੀ ਕੀ ਕਰ ਸਕਦੇ ਆ। ਪਹਿਲਾਂ ਤਾਂ ਇਹ ਹੈ ਕਿ ਜਦੋਂ ਲਾਰਡ ਆਫ ਅਸੈਂਡੈਂਟ ਨੂੰ ਮਜ਼ਬੂਤ ਕਰਨਾ ਹੋਵੇ, ਸੂਰਿਆ ਨੂੰ ਅਸੀਂ ਹੋਰ ਪਾਵਰਫੁਲ ਬਣਾਉਣਾ, ਉਹਦੇ ਲਈ 2 ਚੀਜ਼ਾਂ ਯੂਜ਼ ਕੀਤੀਆਂ ਜਾ ਸਕਦੀਆਂ। ਇੱਕ ਤਾਂ ਆਪਾਂ ਲਾਰਡ ਆਫ ਅਸੈਂਡੈਂਟ ਨੂੰ ਮਜ਼ਬੂਤ ਕਰਨ ਲਈ ਜਿਹੜਾ ਸਾਡੇ 1st ਹਾਊਸ ਦਾ ਕਾਰਕ ਹੈਗਾ ਪਲੈਨਟ, ਜਿਹੜਾ ਕਿ ਇਹਨਾਂ ਲਈ ਸੂਰਿਆ, ਉਹਦੇ ਲਈ ਸੂਰਿਆ ਲਈ ਇਹ ਜੇ ਸਟੋਨ ਪਾਉਣਾ ਚਾਹੁੰਦੇ ਆ ਤਾਂ ਰੈੱਡ ਰੂਬੀ, ਸਟਾਰ ਰੂਬੀ ਜਾਂ ਫਿਰ ਰੈੱਡ ਸਫਾਇਰ। ਰੈੱਡ ਸਫਾਇਰ ਹੈ ਜਿਹੜਾ ਉਹ ਐਕਸਪੈਂਸਿਵ ਤਾਂ ਹੁੰਦਾ ਹੈ ਪਰ ਉਹ ਰੈੱਡ ਰੂਬੀ ਨਾਲੋਂ ਬਹੁਤ ਜ਼ਿਆਦਾ ਫਲ ਦੇ ਦਿੰਦਾ। ਔਰ ਇਸ ਤੋਂ ਇਲਾਵਾ ਕਈ ਲੋਕ ਰੁਦਰਾਕਸ਼ ਪਾਉਣਾ ਚਾਹੁੰਦੇ ਆ ਕਿਉਂਕਿ ਰੁਦਰਾਕਸ਼ ਵੀ ਬਹੁਤ ਜ਼ਿਆਦਾ ਜਿਹੜੇ ਵਧੀਆ ਫਲ ਦੇ ਦਿੰਦੇ ਆ। ਇੱਥੇ ਜਿਹੜਾ ਰੁਦਰਾਕਸ਼ ਹੈ ਸੂਰਿਆ ਤੋਂ ਜਾਂ ਤਾਂ ਇੱਕ ਮੁਖੀ, ਪਰ ਜਿੱਥੋਂ ਤੱਕ ਮੈਂ ਦੇਖਿਆ ਕਿ ਇੱਕ ਮੁਖੀ ਤੋਂ ਵੀ ਜੇਕਰ ਸੂਰਿਆ ਨੂੰ ਆਪਾਂ ਪ੍ਰਸੰਨ ਕਰਨਾ ਹੈ ਜਾਂ ਤੁਹਾਡਾ ਕੋਈ ਕਾਰੋਬਾਰ ਇਹੋ ਜਿਹਾ ਜਿਹੜਾ ਚਾਰੇ ਪਾਸੇ ਫੈਲਿਆ ਹੋਇਆ, ਆਪਾਂ ਨੂੰ ਦੇਸ਼ ਪ੍ਰਦੇਸ਼ ਤੋਂ ਚਾਰੇ ਪਾਸਿਆਂ ਤੋਂ ਕਾਰੋਬਾਰ ਆਉਣਾ, ਫਿਰ 12 ਮੁਖੀ ਰੁਦਰਾਕਸ਼ ਹੈ ਜਿਹੜਾ, ਜਿਵੇਂ ਸੂਰਜ ਕਿਤੇ ਨਹੀਂ ਡੁੱਬਦਾ ਤਾਂ ਕਾਰੋਬਾਰ ਬੰਦੇ ਦਾ, ਪਰ ਸਾਰਿਆਂ ਨੂੰ 12 ਮੁਖੀ ਰੁਦਰਾਕਸ਼ ਹੈ ਜਿਹੜਾ ਉਹ ਫਿੱਟ ਨਹੀਂ ਹੁੰਦਾ। ਇਹ ਨਹੀਂ ਹੁੰਦਾ ਵੀ ਸਾਰਿਆਂ ਲਈ 12 ਮੁਖੀ ਰੁਦਰਾਕਸ਼ ਆ, ਪਰ 12 ਮੁਖੀ ਰੁਦਰਾਕਸ਼ ਦਾ ਇਹ ਫਾਇਦਾ ਆ ਕਿ ਚਾਰੇ ਪਾਸੇ ਤੋਂ ਜਿਹੜਾ ਕੰਮ ਔਰ ਨੇਮ ਐਂਡ ਫੇਮ ਇਹ ਮਿਲਦਾ ਬੰਦੇ ਨੂੰ। ਸੋ ਇਹਨਾਂ ਲਈ 12 ਮੁਖੀ ਰੁਦਰਾਕਸ਼ ਵੀ ਵਧੀਆ ਰਹੂਗਾ ਜੇਕਰ ਇਹ ਪਾਉਣਾ ਚਾਹੁੰਦੇ ਨੇ। ਸੋ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਕੁਐਸਚਨ ਆਪਾਂ ਜਦੋਂ ਕੀਤੇ ਨੇ ਤਾਂ ਸੰਤਾਨ ਸੰਬੰਧੀ, ਇਹਨਾਂ ਦੇ ਜਿਹੜੇ 5th ਹਾਊਸ ਦੇ ਵਿੱਚ ਸ਼ਨੀ ਬੈਠੇ ਨੇ, ਸੰਤਾਨ ਪ੍ਰਾਪਤੀ ਦੇ ਵਿੱਚ ਦੇਰੀ ਜ਼ਰੂਰ ਕਰਨਗੇ। ਉਹਦੇ ਲਈ ਇਹਨਾਂ ਨੂੰ ਪੰਚਮ ਭਾਵ ਦਾ ਜਿਹੜਾ ਮਾਲਕ ਹੈਗਾ ਉਹ ਹੈਗਾ ਇਹਨਾਂ ਲਈ ਜੁਪੀਟਰ, ਗੁਰੂ। ਦੇਖੋ ਦਸ਼ਾ ਵੀ ਜਿਹੜੀ ਮਹਾਦਸ਼ਾ ਇਹਨਾਂ ਤੇ ਗੁਰੂ ਦੀ ਚੱਲ ਰਹੀ ਹੈ। ਗੁਰੂ 9th ਹਾਊਸ 'ਚ ਬੈਠਾ, ਬਹੁਤ ਵਧੀਆ ਬਣਾਉਂਦਾ ਬੰਦੇ ਨੂੰ ਔਰ ਬਹੁਤ ਤਰੱਕੀ ਵੀ ਦਿੰਦਾ। ਸੋ ਜੇ ਇਹਨਾਂ ਨੇ ਉਸ ਦਾ ਪੂਰਾ ਫਲ ਲੈਣਾ ਔਰ ਜੇਕਰ ਲੱਗੇ ਵੀ ਸੰਤਾਨ ਪ੍ਰਾਪਤੀ 'ਚ ਦੇਰੀ ਹੋ ਰਹੀ ਹੈ ਤਾਂ ਫਿਰ ਇਹ ਯੈਲੋ ਸਫਾਇਰ, ਜਿਹਨੂੰ ਆਪਾਂ ਪੁਖਰਾਜ ਕਹਿ ਦਿੰਦੇ ਹਾਂ, ਉਹ ਵੀ ਪਾ ਸਕਦੇ ਆ, ਇਹਨਾਂ ਦੀ ਮਰਜ਼ੀ ਆ। ਨਾਲ ਹੀ ਇਹਨਾਂ ਦਾ ਵੈਸੇ ਤਾਂ ਮੇਰੇ ਹਿਸਾਬ ਨਾਲ ਇਹਨਾਂ ਨੂੰ ਕੋਈ ਪ੍ਰੋਬਲਮ ਇਹਨਾਂ ਦੀ ਪ੍ਰਮੋਸ਼ਨ ਦੇ ਵਿੱਚ, ਤਰੱਕੀਆਂ ਵਿੱਚ ਨਹੀਂ ਆਉਣੀ, ਕਿਉਂਕਿ ਮੰਗਲ ਤੇ ਗੁਰੂ ਆਪਸ 'ਚ ਰਾਸ਼ੀ ਜਿਹੜਾ ਆ ਚੇਂਜ ਕਰ ਰਹੇ ਆ, ਪਰਸਪਰ ਇੱਕ ਦੂਜੇ ਨਾਲ ਘਰ ਚੇਂਜ ਕਰ ਰਹੇ ਆ। ਸੋ ਇੱਥੇ ਜੇਕਰ ਇਹਨਾਂ ਨੂੰ ਲੱਗੇ ਕਿਸੇ ਵੇਲੇ ਹਾਂ ਵੀ ਪ੍ਰਮੋਸ਼ਨ ਜਿਹੜੀ ਹੈਗੀ ਆ ਉਹ ਮੇਰੀ ਘੱਟ ਹੋ ਰਹੀ ਆ, ਤਾਂ ਉਸ ਨੂੰ ਜ਼ਿਆਦਾ ਜਿਵੇਂ ਕਹਿ ਦਿਓ ਅਰਲੀ ਪ੍ਰਮੋਸ਼ਨਸ ਦੇ ਲਈ ਜਾਂ ਫਾਸਟ ਪ੍ਰਮੋਸ਼ਨਸ ਦੇ ਲਈ ਇਹ ਰੈੱਡ ਕੋਰਲ, ਜਿਸ ਨੂੰ ਆਪਾਂ ਮੂੰਗਾ ਕਹਿੰਦੇ ਆ, ਉਹ ਵੀ ਪਾ ਸਕਦੇ ਆ, ਇਹਨਾਂ ਦੀ ਮਰਜ਼ੀ ਆ। ਸੋ ਇਸ ਤੋਂ ਇਲਾਵਾ ਜਾਣ ਤੋਂ ਪਹਿਲਾਂ ਆਪਾਂ ਇਹਨਾਂ ਦੇ ਵਾਸਤੂ ਲਈ ਵੀ ਇੱਕ ਜ਼ਰੂਰ ਇਹਨਾਂ ਨੂੰ ਟਿਪ ਦੇਣਾ ਚਾਹੁੰਦੀ ਹਾਂ ਮੈਂ। ਜਿੰਨੇ ਵੀ ਲੀਓ ਲੱਗਣ ਵਾਲੇ ਹੁੰਦੇ ਆ, ਸੂਰਿਆ ਇਹਨਾਂ ਦਾ ਜਿਹੜਾ ਸਵਾਮੀ ਹੈ, ਜੇਕਰ ਕਿਸੇ ਦੀ ਕੁੰਡਲੀ ਦੇ ਵਿੱਚ ਵੀ 5th ਹਾਊਸ ਦੇ ਵਿੱਚ ਸੈਟਰਨ ਬੈਠੇ ਹੋਣ, ਚਾਹੇ ਇਕੱਲੇ ਬੈਠੇ ਆ ਚਾਹੇ ਕਿਸੇ ਹੋਰ ਗ੍ਰਹਿ ਨਾਲ ਬੈਠੇ ਆ, ਜਿੰਨੇ ਮਰਜ਼ੀ ਵਧੀਆ ਗ੍ਰਹਿ ਨਾਲ ਬੈਠੇ ਹੋਣ, ਸੰਤਾਨ ਦੇ ਵਿੱਚ, ਸੰਤਾਨ ਪ੍ਰਾਪਤੀ 'ਚ ਵੀ ਦੇਰੀ, ਤੇ ਜੇ ਸੰਤਾਨ ਹੋ ਜਾਵੇ ਤਾਂ ਸੰਤਾਨ ਨੂੰ ਲੈ ਕੇ ਚਿੰਤਾਵਾਂ ਦਿੰਦੇ ਹੁੰਦੇ ਆ। ਇਹਨਾਂ ਨੂੰ ਕਦੇ ਵੀ ਸਾਊਥ ਫੇਸਿੰਗ ਘਰ 'ਚ ਨਹੀਂ ਰਹਿਣਾ ਚਾਹੀਦਾ। ਜੇਕਰ ਸਾਊਥ ਫੇਸਿੰਗ ਘਰ 'ਚ ਇਹ ਰਹਿੰਦੇ ਆ ਤਾਂ ਫਿਰ ਸੰਤਾਨ ਪ੍ਰਾਪਤੀ 'ਚ ਹੋਰ ਵੀ ਦੇਰੀ ਹੋਣੀ ਆ। ਸੋ ਇਹਨਾਂ ਲਈ ਜਿਹੜੇ ਲੀਓ ਲੱਗਣ ਵਾਲੇ ਆ, ਬੈਸਟ ਜਿਹੜਾ ਇਹਨਾਂ ਲਈ ਰਹਿੰਦਾ ਉਹ ਰਹਿੰਦਾ ਈਸਟ ਫੇਸਿੰਗ ਘਰ। ਸੋ ਇਹ ਸੀ ਇਹਨਾਂ ਦਾ ਵਾਸਤੂ ਸੰਬੰਧੀ ਟਿਪ। ਇਸ ਤੋਂ ਇਲਾਵਾ ਜੇਕਰ ਇਹਨਾਂ ਦਾ ਕੋਈ ਕੁਐਸਚਨ ਹੈਗਾ ਆ ਤਾਂ ਇਹ ਫੋਨ 'ਤੇ ਪੁੱਛ ਸਕਦੇ ਆ ਜਾਂ ਈਮੇਲ ਕਰ ਸਕਦੇ ਆ। ਅਤੇ ਤੁਹਾਡੇ ਦਰਸ਼ਕਾਂ ਵਿੱਚੋਂ ਵੀ ਜੇ ਕਿਸੇ ਦਾ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ, ਕਾਲ ਕਰ ਸਕਦੇ ਹੋ। ਅਤੇ ਨੈਕਸਟ ਵੀਕ ਆਪਾਂ ਮਿਲਾਂਗੇ ਜਾਂ ਤਾਂ ਨਿਊਮਰੋਲੋਜੀ 'ਤੇ ਕੋਈ ਨਵਾਂ ਟੌਪਿਕ ਲੈ ਕੇ, ਜਾਂ ਆਪਾਂ ਚਰਚਾ ਕਰਾਂਗੇ ਕਿਸੇ ਵਾਸਤੂ ਦੇ ਕੋਈ ਵੀ ਟੌਪਿਕ ਦੀ, ਜਾਂ ਕਿਸੇ ਨਕਸ਼ੇ ਬਾਰੇ ਆਪਾਂ ਡਿਸਕਸ ਕਰਾਂਗੇ। ਇਸੇ ਨਾਲ ਮੈਂ ਤੁਹਾਡੇ ਕੋਲੋਂ ਆਗਿਆ ਚਾਹੁੰਦੀ ਹਾਂ। ਧੰਨਵਾਦ। ਸਤਿ ਸ਼੍ਰੀ ਅਕਾਲ।